ਉਸ ਨੇ ਬੇਦਖਲ ਕੀਤੇ ਹੋਏ ਸਰਦਾਰਾਂ ਪ੍ਰਤੀ ਦਇਆ ਤੇ ਕਿਰਪਾ ਦੀ ਨੀਤੀ ਅਪਣਾਈ। ਭਾਵੇਂ ਉਹਨਾਂ ਦੇ ਕਿਲੇ ਤੇ ਤੋਪਾਂ ਖੋਹ ਲਈਆਂ ਜਾਂਦੀਆਂ ਸਨ ਤੇ ਉਹਨਾਂ ਦੀ ਫੌਜ ਰਾਜ ਦੀ ਫੌਜ ਵਿੱਚ ਸ਼ਾਮਿਲ ਕਰ ਲਈ ਜਾਂਦੀ ਸੀ, ਪਰ ਉਹਨਾਂ ਦੇ ਪਰਿਵਾਰਾਂ ਦੇ ਨਿਰਬਾਹ ਲਈ ਜਗੀਰਾਂ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੇ ਪੁੱਤਰਾਂ ਨੂੰ ਫੌਜ ਵਿੱਚ ਨੌਕਰੀ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦਾ ਮਨੋਰਥ ਨਿੱਜੀ ਸਮਰਿੱਧੀ ਨਹੀਂ ਸਗੋਂ ਪੰਜਾਬ ਦੀ ਏਕਤਾ ਸੀ, ਕਿਉਂਕਿ ਖੋਹੇ ਹੋਏ ਇਲਾਕੇ ਸਦਾ ਹੀ ਅਜਿਹੇ ਵਫਾਦਾਰ ਸਰਦਾਰਾਂ ਨੂੰ ਸੌਂਪ ਦਿੱਤੇ ਜਾਂਦੇ ਸਨ ਜੋ ਰਾਜ ਲਈ ਫੌਜਾਂ ਦਿੰਦੇ ਸਨ ਤੇ ਫੌਜਾਂ ਦੇ ਖਰਚੇ ਲਈ ਉਹਦਾ ਜਗੀਰ ਤੋਂ ਕੋਈ ਨਫਾ ਕਮਾਉਣ ਦਾ ਇਰਾਦਾ ਨਹੀਂ ਹੁੰਦਾ ਸੀ। ਰਣਜੀਤ ਸਿੰਘ ਤੇ ਫਤਿਹ ਸਿੰਘ ਆਹਲੂਵਾਲੀਆ ਨੇ ਉੱਤਰ ਪੱਛਮ ਵੱਲ ਚੜ੍ਹਾਈ ਕੀਤੀ ਤੇ ਪਿੰਡੀ, ਭੱਟੀਆ, ਪੋਠੋਹਾਰ ਤੇ ਚਣਉਟ ਮੁਸਲਮਾਨ ਸਰਦਾਰਾਂ ਤੋਂ ਖੋਹ ਲਏ। ਲਾਹੌਰ ਚੋਂ ਬਾਹਰ ਰਹਿਣ ਸਮੇਂ ਕਸੂਰ ਦੇ ਨਿਜ਼ਾਮੁੱਦ-ਦੀਨ ਨੇ ਰਾਜਧਾਨੀ ਦੇ ਕੁਝ ਨੇੜਲੇ ਪਿੰਡ ਲੁੱਟ ਲਏ। ਮਹਾਰਾਜਾ ਕਾਹਲੀ ਕਾਹਲੀ ਦੱਖਣ ਵੱਲ ਮੁੜ ਆਇਆ ਤੇ ਲਾਹੌਰ ਰੁਕੇ ਬਿਨਾਂ ਹੀ ਕਸੂਰ ਪਹੁੰਚ ਗਿਆ। ਕਸੂਰ ਦੇ ਕਿਲੇ ਤੇ ਉਸ ਸਮੇਂ ਤੱਕ ਭਾਰੀਆਂ ਤੋਪਾਂ ਨਾਲ ਗੋਲੇ ਭਰਾਏ ਗਏ ਜਦ ਤੱਕ ਨਿਜ਼ਾਮੁੱਦ-ਦੀਨ ਨੇ ਹਥਿਆਰ ਨਾ ਸੁੱਟ ਦਿੱਤੇ। ਉਸ ਨੂੰ ਮਹਾਰਾਜੇ ਨੇ ਫਿਰ ਮੁਆਫ ਕਰ ਦਿੱਤਾ ਤੇ ਜਗੀਰ ਵੀ ਉਸ ਕੋਲ ਰਹਿਣ ਦਿੱਤੀ। ਮਹਾਰਾਜਾ ਹਿੰਦੂਆਂ ਤੇ ਸਿੱਖਾਂ ਦੇ ਮੁਕਾਬਲੇ ਮੁਸਲਮਾਨ ਹਾਕਮਾਂ ਪ੍ਰਤੀ ਵਧੇਰੇ ਲਿਹਾਜ਼ਦਾਰ ਤੇ ਸੁਚੇਤ ਸੀ। ਉਸ ਦਾ ਨਿਜ਼ਾਮੁੱਦ-ਦੀਨ ਨਾਲ ਵਰਤਾਓ ਮਹਾਰਾਜੇ ਦੀ ਸਖਾਵਤ ਤੇ ਖੁੱਲ੍ਹੇ ਦਿਲ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਨੂੰ ਮਹਾਰਾਜੇ ਨੇ ਕਈ ਵਾਰ ਹਰਾਇਆ। ਮੁਲਤਾਨ ਅਬਦਾਲੀ ਵੱਲੋਂ ਜਿੱਤੇ ਜਾਣ ਤੋਂ ਪਹਿਲਾਂ ਪੰਜਾਬ ਦਾ ਹੀ ਜ਼ਿਲ੍ਹਾ ਸੀ। ਇਸ ਨੂੰ ਭੰਗੀਆਂ ਨੇ ਜਿੱਤ ਲਿਆ ਸੀ, ਪਰ ਲੋਕਾਂ ਦੀ ਭਲਾਈ ਪ੍ਰਤੀ ਉਹਨਾਂ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਲੋਕਾਂ ਵਿੱਚ ਸਿੱਖਾਂ ਬਾਰੇ ਵਿਰੋਧ ਤੇ ਦੁਸ਼ਮਣੀ ਦੀ ਭਾਵਨਾ ਪੈਦਾ ਹੋ ਗਈ ਸੀ ਤੇ ਉਹਨਾਂ ਵਿੱਚ ਸਿੱਖ ਅਗਵਾਈ ਵਿੱਚ ਕਾਇਮ ਹੋ ਰਹੇ ਪੰਜਾਬੀ ਰਾਜ ਤੋਂ ਵੱਖ ਰਹਿਣ ਦੀ ਭਾਵਨਾ ਵੱਧ ਗਈ ਸੀ। ਭੰਗੀਆਂ ਨੇ ਮੁਜ਼ੱਫਰ ਖਾਨ ਦੇ ਪਰਿਵਾਰ ਨੂੰ ਉੱਥੋਂ ਕੱਢ ਦਿੱਤਾ। ਮੁਲਤਾਨੀਆਂ ਦੀ ਹਠ ਧਰਮੀ ਤੇ ਮਹਾਰਾਜੇ ਵੱਲੋਂ ਇਤਨੇ ਸ਼ਕਤੀਸ਼ਾਲੀ ਕਿਲੇ ਨੂੰ ਘੇਰਾ ਪਾਉਣ ਤੇ ਉਸ ਖੇਤਰ ਵਿੱਚ ਵਿਰੋਧ ਮੁਸਲਿਮ ਕਬੀਲਿਆਂ ਦੇ ਸੰਗਠਨ ਦਾ ਟਾਕਰਾ ਕਰਨ ਦੀ ਅਸਮਰਥਾ ਦੇ ਬਾਵਜੂਦ ਰਣਜੀਤ ਸਿੰਘ ਨੇ ਮੁਲਤਾਨ ਨੂੰ ਆਪਣੇ ਅਧੀਨ ਕਰ ਲੈਣ ਦੀ ਇੱਛਾ ਦਾ ਐਲਾਨ ਕਰ ਦਿੱਤਾ। ਰਣਜੀਤ ਸਿੰਘ ਨੇ ਨਵਾਬ ਮੁਜ਼ੱਫਰ ਖਾਂ ਵੱਲੋਂ ਭਰਤੀ ਕੀਤੀ ਕਿਸਾਨੀ ਦਾ ਹਜੂਮ ਖਿੰਡਾ ਪੁੰਡਾ ਦਿੱਤਾ ਤੇ ਸ਼ਹਿਰ ਉੱਪਰ ਕੇਂਦਰ ਵਿੱਚ ਸਥਿਤ ਵਿਸ਼ਾਲ ਕਿਲੇ ਤੋਂ ਬਿਨਾਂ ਬਾਕੀ ਹਰ ਥਾਂ ਅਧਿਕਾਰ ਕਰ ਲਿਆ। ਮੁਜ਼ੱਫਰ ਖਾਂ ਨੇ ਲੜਾਈ ਦਾ ਹਰਜਾਨਾ ਦੇ ਕੇ ਤੇ ਖਿਰਾਜ ਕਾਬਲ ਨੂੰ ਦੇਣ ਦੀ ਥਾਂ ਲਾਹੌਰ ਨੂੰ ਅਦਾ ਕਰਨ ਦੀ ਸਹਿਮਤੀ ਦੇ ਕੇ ਅਧੀਨਗੀ ਪ੍ਰਵਾਨ ਕਰ ਲਈ। ਅੰਮ੍ਰਿਤਸਰ ਦੀ ਜਿੱਤ। ਮੁਲਤਾਨ ਪਿੱਛੋਂ ਅੰਮ੍ਰਿਤਸਰ ਦੀ ਵਾਰੀ ਆ ਗਈ। ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਤਾਂ ਨਹੀਂ ਸੀ, ਪਰ ਵਪਾਰਕ ਤੌਰ ਤੇ ਇਹ ਸਾਰੇ ਪ੍ਰਾਂਤ ਦਾ ਸਭ ਤੋਂ ਉੱਘਾ ਸ਼ਹਿਰ ਸੀ। ਇਹ ਉੱਤਰੀ ਭਾਰਤ ਦਾ ਵਪਾਰਕ ਕੇਂਦਰ ਸੀ, ਜਿੱਥੇ ਕਾਫਲੇ ਮੱਧ ਏਸ਼ੀਆ ਤੋਂ ਵਸਤੂਆਂ ਲੈ ਕੇ ਆਉਂਦੇ ਤੇ ਉਹਨਾਂ ਦਾ ਵਟਾਂਦਰਾ ਹਿੰਦੁਸਤਾਨ ਵਿੱਚ ਤਿਆਰ ਹੁੰਦੀਆਂ ਵਸਤੂਆਂ ਨਾਲ ਕਰਦੇ ਸਨ। ਇਸ ਦੇ ਤੰਗ ਵਲ ਖਾਂਦੇ ਬਾਜ਼ਾਰਾਂ ਵਿੱਚ ਵਪਾਰਕ ਘਰਾਣੇ ਸਨ ਜੋ ਹਰ ਕਿਸਮ ਦੀਆਂ ਕਲਪਨਾਯੋਗ ਵਸਤੂਆਂ ਦਾ ਵਪਾਰ ਕਰਦੇ ਸਨ, ਜਿਵੇਂ ਰੇਸ਼ਮ, ਮੱਲਮ, ਗਰਮ ਮਸਾਲੇ, ਚਾਹ, ਕੌਫੀ, ਖੱਲਾਂ, ਬੰਦੂਕਾਂ ਤੇ ਦੂਸਰੇ ਹਥਿਆਰ। ਧਨੀ ਵਪਾਰੀਆਂ ਕਾਰਨ ਇੱਥੇ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਵਾਲਿਆਂ ਦੇ ਧੰਦੇ ਵੀ ਵਿਕਸਿਤ ਹੋ ਗਏ ਸਨ। ਆਪਣੀ ਦੌਲਤ ਤੋਂ ਬਿਨਾਂ ਅੰਮ੍ਰਿਤਸਰ ਸਿੱਖਾਂ ਦੀਆਂ ਨਜ਼ਰਾਂ ਵਿੱਚ ਇੱਕ ਪਾਵਨ ਪਵਿੱਤਰ ਸ਼ਹਿਰ ਸੀ, ਜਿਸ ਵਿੱਚ ਖਾਲਸਾ ਪੰਥ ਦਾ ਆਗੂ ਤੇ ਪੰਜਾਬ ਦਾ ਮਹਾਰਾਜ ਬਣਨ ਦੀ ਤਾਂਘ ਸੀ। ਉਸ ਲਈ ਆਪਣੇ ਦਾਅਵੇ ਤੇ ਉਪਾਧੀ ਨੂੰ ਸਹੀ ਸਿੱਧ ਕਰਨ ਲਈ ਅੰਮ੍ਰਿਤਸਰ ਤੇ ਅਧਿਕਾਰ ਕਰਨਾ ਜ਼ਰੂਰੀ ਸਮਝਿਆ। ਅੰਮ੍ਰਿਤਸਰ ਇੱਕ ਦਰਜਨ ਪਰਿਵਾਰਾਂ ਵਿੱਚ ਵੰਡਿਆ ਹੋਇਆ ਸੀ ਤੇ ਹਰ ਪਰਿਵਾਰ ਸ਼ਹਿਰ ਦੇ ਵੱਖ-ਵੱਖ ਭਾਗਾਂ ਦਾ ਮਾਲਕ ਸੀ। ਇਹਨਾਂ ਪਰਿਵਾਰਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਛੋਟੇ ਕਿਲੇ ਬਣਾਏ ਹੋਏ ਸਨ ਤੇ ਉਹਨਾਂ ਨੇ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਕਰ ਉਗਰਾਉਣ ਲਈ ਹਥਿਆਰਬੰਦ ਗੁਮਾਸ਼ਤੇ ਰੱਖੇ ਹੋਏ ਸਨ, ਜੋ ਜਿਤਨੀ ਵਾਰ ਸੰਭਵ ਹੁੰਦਾ ਹੈ ਉਨਾ ਹੀ ਜੁਰਮਾਨਾ ਲਾਉਂਦੇ ਤੇ ਉਗਰਾਈ ਕਰਦੇ।
ਸ਼ਹਿਰ ਦੇ ਮੁਖੀਆ ਨੇ ਰਣਜੀਤ ਸਿੰਘ ਨੂੰ ਸ਼ਹਿਰ ਤੇ ਕਬਜ਼ਾ ਕਰ ਲੈਣ ਦੀ ਬੇਨਤੀ ਕੀਤੀ। ਉਸ ਨੂੰ ਜ਼ਿਆਦਾ ਪ੍ਰੇਰਨਾ ਦੇਣ ਦੀ ਲੋੜ ਨਹੀਂ ਸੀ। ਇੱਕੋ ਇੱਕ ਮਹੱਤਵਪੂਰਨ ਪਰਿਵਾਰ ਜਿਸ ਦੇ ਵਿਰੋਧ ਜਾਂ ਮੁਕਾਬਲਾ ਕਰਨ ਦੀ ਸੰਭਾਵਨਾ ਸੀ, ਉਹ ਉਸ ਭੰਗੀ ਸਰਦਾਰ ਦੀ ਵਿਧਵਾ ਦਾ ਸੀ ਜੋ 3 ਸਾਲ ਪਹਿਲਾਂ ਭਸੀਨ ਦੇ ਅਸਥਾਨ ਤੇ ਸ਼ਰਾਬ ਪੀ ਕੇ ਮਰ ਗਿਆ ਸੀ। ਵਿਧਵਾ ਜਿਸ ਨੂੰ ਰਾਮਗੜੀਆ ਦਾ ਸਮਰਥਨ ਪ੍ਰਾਪਤ ਸੀ, ਗੋਬਿੰਦਗੜ੍ਹ ਦੇ ਕਿਲੇ ਤੇ ਕਾਬਜ਼ ਸੀ। ਰਣਜੀਤ ਸਿੰਘ ਨੇ ਸ਼ਹਿਰ ਉੱਪਰ ਵਾਰੋ-ਵਾਰੀ ਸਰਦਾਰਾਂ ਤੇ ਜਿੱਤ ਪ੍ਰਾਪਤ ਕਰਕੇ ਵੱਖ-ਵੱਖ ਹਿੱਸਿਆਂ ਵਿੱਚ ਸ਼ਹਿਰ ਤੇ ਅਧਿਕਾਰ ਕੀਤਾ। ਰਾਮਗੜੀਆ ਨੇ ਵਿਧਵਾ ਦੀ ਸਹਾਇਤਾ ਨਾ ਕੀਤੀ ਤੇ ਉਸ ਨੇ ਕਿਲਾ ਆਪਣੇ ਲਈ ਤੇ ਆਪਣੇ ਪੁੱਤਰ ਲਈ ਜਗੀਰ ਲੈ ਕੇ ਸੌਂਪ ਦਿੱਤਾ। ਗੋਬਿੰਦਗੜ੍ਹ ਇੱਕ ਵੱਡੀ ਪ੍ਰਾਪਤੀ ਸੀ। ਇਸ ਦੇ ਨਾਲ ਹੀ ਬਹੁਤ ਵੱਡੀ ਤੋਪ ਜਮਜਮਾ ਸਮੇਤ 5 ਤੋਪਾਂ ਮਿਲੀਆਂ। ਉਸ ਨੂੰ ਇੱਕ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਦੀ ਸੇਵਾਵਾਂ ਵੀ ਪ੍ਰਾਪਤ ਹੋ ਗਈਆਂ, ਜਿਸ ਨੂੰ ਉਸ ਨੇ ਆਪਣੀ ਸੇਵਾ ਵਿੱਚ ਲੈ ਲਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਉੱਪਰ ਅਧਿਕਾਰ ਕਰਨ ਵਿੱਚ ਮਹਾਰਾਜਾ ਸਾਹਿਬ ਦੀ ਬਹੁਤ ਸਹਾਇਤਾ ਕੀਤੀ। ਮਹਾਰਾਜਾ ਦਾ ਸ਼ਹਿਰ ਵਿੱਚ ਧੂਮ ਧੜੱਕੇ ਨਾਲ ਸਵਾਗਤ ਕੀਤਾ ਗਿਆ। ਉਸ ਨੇ ਬਾਜ਼ਾਰਾਂ ਵਿੱਚ ਹਾਥੀ ਤੇ ਸਵਾਰ ਹੋ ਕੇ ਚੱਕਰ ਕੱਢਦੇ ਹੋਏ ਹਜੂਮ ਉੱਤੇ ਸਿੱਕਿਆਂ ਦਾ ਮੀਂਹ ਵਰਾਇਆ। ਉਸ ਨੇ ਹਰਮੰਦਰ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਉਸ ਨੇ ਹਰਮੰਦਰ ਦੀ ਪੱਥਰ ਨਾਲ ਪੁਨਰ ਉਸਾਰੀ ਤੇ ਸੋਨੇ ਦੇ ਪੱਤਰੇ ਲਾਉਣ ਦੀ ਵੱਡੀ ਰਕਮ ਅਨੁਦਾਨ ਵਜੋਂ ਭੇਟ ਕੀਤੀ। ਸੈਨਾ ਦਾ ਆਧੁਨਿਕੀਕਰਨ। ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜੇ ਦੇ ਨਾਮ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਤੇ ਅੰਗਰੇਜ਼ਾਂ ਅਧੀਨ ਭਾਰਤ ਭਰ ਵਿੱਚੋਂ ਲੋਕ ਨੌਕਰੀਆਂ ਕਰਨ ਲਈ ਉਹਦੀ ਛਤਰ ਛਾਇਆ ਲਈ ਵਹੀਰਾਂ ਘੱਟ ਕੇ ਆਉਣ ਲੱਗੇ। ਉਹਨਾਂ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਪਲਟਨਾਂ ਛੱਡ ਕੇ ਆਏ ਭਗੌੜੇ ਵੀ ਸਨ। ਉਹਨਾਂ ਦੀ ਮਹਾਰਾਜੇ ਸਾਹਮਣੇ ਪਰੇਡ ਕਰਾਈ ਗਈ ਤੇ ਉਸ ਨੇ ਪਹਿਲੀ ਵਾਰ ਸੈਨਿਕਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਆਮ ਆਦੇਸ਼ ਦੇ ਸ਼ਬਦਾਂ ਦੇ ਕਹਿਣ ਤੇ ਦਲਬੰਦੀ ਕਰਦਿਆਂ ਦੇਖਿਆ। ਉਸ ਨੇ ਇਹ ਭਾਂਪ ਲਿਆ ਸੀ ਕਿ ਅੰਗਰੇਜ਼ਾਂ ਵੱਲੋਂ ਵੱਡੀਆਂ ਤੇ ਵਧੇਰੇ ਚੰਗੀ ਤਰ੍ਹਾਂ ਹਥਿਆਰਬੰਦ ਫੌਜਾਂ ਉੱਪਰ ਜਿੱਤ ਦਾ ਭੇਦ ਉਹਨਾਂ ਦਾ ਵਧੀਆ ਅਨੁਸ਼ਾਸਨ ਸੀ। ਉਸ ਨੇ ਉਹਨਾਂ ਦੇ ਭਗੌੜਿਆਂ ਨੂੰ ਡਰਿਲ ਸਰਜੈਂਟ ਵਜੋਂ ਭਰਤੀ ਕਰ ਲਿਆ। ਉਸ ਨੇ ਨੌਜਵਾਨ ਪੰਜਾਬੀਆਂ ਦਾ ਇੱਕ ਦਲ ਸੀਮਾ ਤੋਂ ਪਾਰ ਕੰਪਨੀ ਦੀ ਨੌਕਰੀ ਵਿੱਚ ਭਰਤੀ ਹੋਣ ਲਈ ਤੇ ਜੋ ਕੁਝ ਅੰਗਰੇਜ਼ਾਂ ਤੋਂ ਸਿੱਖਿਆ ਜਾ ਸਕਦਾ ਸੀ ਸਿੱਖਣ ਲਈ ਭੇਜਿਆ। ਉਸ ਸਮੇਂ ਸਿੱਖ ਸੈਨਾ ਦੀ ਰੀੜ੍ਹ ਦੀ ਹੱਡੀ ਨੇਜਿਆਂ, ਤਲਵਾਰਾਂ ਤੇ ਬੰਦੂਕਾਂ ਨਾਲ ਲੈਸ ਘੋੜਸਵਾਰ ਹੀ ਸਨ। ਸਿੱਖ ਪਿਆਦਾ ਫੌਜ ਅਤੇ ਡਰਿਲ ਨੂੰ ਨਫ਼ਰਤ ਕਰਦੇ ਸਨ। ਉਹ ਕਦਮ ਨਾਲ ਦਮ ਮਿਲਾ ਕੇ ਕੀਤੀ ਜਾਂਦੀ ਡਰਿਲ ਨੂੰ ਰਸਕ-ਏ-ਲੱਲੂਆ ਭਾਵ ਮੂਰਖਾਂ ਦਾ ਨਾਚ ਕਹਿੰਦੇ ਸਨ। ਰਣਜੀਤ ਸਿੰਘ ਨੇ ਇਹਨਾਂ ਵਿਅੰਗ ਉਕਤੀਆਂ ਤੇ ਮਖੌਲਬਾਜ਼ੀਆਂ ਨੂੰ ਅਣਗੌਲਿਆਂ ਕਰ ਦਿੱਤਾ ਤੇ ਪੰਜਾਬੀ ਮੁਸਲਮਾਨਾਂ, ਹਿੰਦੁਸਤਾਨੀ ਭਗੌੜਿਆਂ ਤੇ ਗੋਰਖਿਆਂ ਤੇ ਆਧਾਰਿਤ ਪਿਆਦਾ ਪਲਟਨ ਕਾਇਮ ਕੀਤੀ। ਇਹਨਾਂ ਨਵੇਂ ਪਿਆਦਾ ਸੈਨਿਕਾਂ ਨੂੰ ਲੜਾਈਆਂ ਲੜਦਿਆਂ ਵੇਖਣ ਪਿੱਛੋਂ ਸਿੱਖਾਂ ਨੇ ਪਿਆਦਾ ਫੌਜ ਦਾ ਵਿਰੋਧ ਛੱਡ ਦਿੱਤਾ ਤੇ ਪਿਆਦਾ ਫੌਜ ਵਿੱਚ ਭਰਤੀ ਹੋਣਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੇ ਤੋਪਖਾਨੇ ਲਈ ਵੀ ਆਧੁਨਿਕ ਯੁੱਧ ਕਲਾ ਦੀ ਮਹੱਤਤਾ ਪਛਾਣ ਲਈ ਸੀ। ਉਸ ਦੇ ਤੋਪਖਾਨੇ ਦਾ ਪ੍ਰਬੰਧ ਮੁਸਲਮਾਨ ਤੋਪਚੀ ਕਰਦੇ ਸਨ, ਜਿਨ੍ਹਾਂ ਵਿੱਚ ਗੌਸ ਮੁਹੰਮਦ ਖਾਂ ਤੇ ਮਗਰੋਂ ਸ਼ੇਖ ਇਲਾਹੀ ਬਖਸ਼ ਵਰਗੇ ਇਸ ਵਰਗ ਦੇ ਸਭ ਤੋਂ ਵੱਡੇ ਅਹੁਦਿਆਂ ਤੇ ਪਹੁੰਚੇ। ਸਿੱਖਾਂ ਨੂੰ ਤੋਪਖਾਨੇ ਵਿੱਚ ਭਰਤੀ ਹੋਣ ਤੇ ਝਿਜਕ ਨਹੀਂ ਸੀ ਤੇ ਉਹ ਛੇਤੀ ਹੀ ਤੋਪਾਂ ਢਾਲਣ ਤੇ ਗੋਲੇ ਬਣਾਉਣ ਤੇ ਗੋਲਾ ਬਰੂਦ ਦੀ ਵਰਤੋਂ ਕਰਨਾ ਸਿੱਖ ਗਏ ਤੇ ਉਹ ਛੇਤੀ ਹੀ ਭਾਰਤ ਦੇ ਸਭ ਤੋਂ ਵੱਧ ਨਿਪੁੰਨ ਤੋਪਚੀ ਬਣ ਗਏ। ਮਹਾਰਾਜਾ ਨਵਿਆਂ ਰੰਗਰੂਟਾਂ ਵਿੱਚ ਨਿੱਜੀ ਦਿਲਚਸਪੀ ਲਿਆ ਕਰਦਾ ਸੀ ਤੇ ਉਹ ਬਕਾਇਦਾ ਦਿਨ ਦਾ ਬਹੁਤ ਸਮਾਂ ਉਹਨਾਂ ਦੀ ਡਰਿਲ ਤੇ ਤੋਪਾਂ ਦੇ ਅਭਿਆਸ ਦਾ ਨਿਰੀਖਣ ਕਰਨ ਵਿੱਚ ਲੰਘਾਉਂਦਾ। 9 ਮਹੀਨਿਆਂ ਦੀ ਸਖਤ ਸਿਖਲਾਈ ਪਿੱਛੋਂ ਰਾਜ ਦੀ ਨਵੀਂ ਸੈਨਾ ਮੁਹਿੰਮਾਂ ਲਈ ਤਿਆਰ ਸੀ। 1803 ਦੇ ਦੁਸ਼ਹਿਰੇ ਦੇ ਜਸ਼ਨ ਵਿੱਚ ਇਸ ਨਵੀਂ ਸੈਨਾ ਦੀ ਟੁਕੜੀ ਨੇ ਵੀ ਹਿੱਸਾ ਲਿਆ। ਦੁਸ਼ਹਿਰੇ ਮਗਰੋਂ ਮੁਹਿੰਮਾਂ ਤੇ ਜਾਣ ਦਾ ਮੌਸਮ ਆ ਗਿਆ। ਪਹਿਲਾਂ ਤਾਂ ਸੁਤੰਤਰ ਰਜਵਾੜਿਆਂ ਤੇ ਰਿਆਸਤਾਂ 'ਚ ਦੂਤ ਭੇਜੇ ਗਏ ਤੇ ਉਹਨਾਂ ਹਾਕਮਾਂ ਨੂੰ ਦਰਬਾਰ ਦੀ ਅਧੀਨਗੀ ਕਬੂਲ ਕਰ ਲੈਣ ਲਈ ਕਿਹਾ ਗਿਆ, ਜਿਨ੍ਹਾਂ ਨੇ ਇਹ ਪੇਸ਼ਕਸ਼ ਘਿਰਣਾ ਨਾਲ ਠੁਕਰਾ ਦਿੱਤੀ। ਉਹਨਾਂ ਵਿੱਚ ਝੰਗ ਦਾ ਅਹਿਮਦ ਖਾਂ ਸਿਆਲਵੀ ਸੀ।
ਉਹ ਵਧੀਆ ਨਸਲ ਦੇ ਘੋੜਿਆਂ ਦਾ ਪਾਲਕ ਵੀ ਸੀ। ਨਵੀਂ ਸੁਸਿੱਖਿਅਤ ਫੌਜ ਨੂੰ ਝੰਗ ਉੱਪਰ ਅਧਿਕਾਰ ਕਰਨ ਵਿੱਚ ਕੋਈ ਔਕੜ ਨਾ ਆਈ। ਅਹਿਮਦ ਖਾਨ ਨੂੰ ਦੁਬਾਰਾ ਝੰਗ ਵਿੱਚ ਹੀ ਲਾਹੌਰ ਦੇ ਬਾਜ਼ਗੁਜ਼ਾਰ ਵਜੋਂ ਬਹਾਲ ਕਰ ਦਿੱਤਾ ਗਿਆ। ਝੰਗ ਨੇੜੇ ਉੱਚ ਦੇ ਜ਼ਿਮੀਂਦਾਰਾਂ ਨੇ ਵੀ ਝੰਗ ਵਾਂਗ ਹੀ ਲਾਹੌਰ ਦਰਬਾਰ ਦੀ ਅਧੀਨਗੀ ਸਵੀਕਾਰ ਕਰ ਲਈ। ਉੱਤਰ ਪੱਛਮ ਦੀ ਮੁਹਿੰਮ ਦੇ ਅਨੁਭਵ ਬਾਰੇ ਅੰਮ੍ਰਿਤਸਰ ਵਿੱਚ ਵਿਚਾਰ ਕੀਤੀ ਗਈ। ਗੋਬਿੰਦਗੜ੍ਹ ਕਿਲੇ ਵਿੱਚ ਇੱਕ ਦਰਬਾਰ ਲਗਾ ਕੇ ਮਹਾਰਾਜੇ ਨੇ ਫੌਜ ਦੇ ਪੁਨਰਗਠਨ ਦਾ ਐਲਾਨ ਕੀਤਾ। ਫੌਜ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਪਹਿਲਾ ਭਾਗ, ਜੋ 13,000 ਆਦਮੀਆਂ ਤੇ ਆਧਾਰਿਤ ਸੀ, ਸਿੱਧਾ ਮਹਾਰਾਜੇ ਦੇ ਅਧੀਨ ਕਰ ਦਿੱਤਾ ਗਿਆ, ਜੋ ਸਦਾ ਹੀ ਮਹਾਰਾਜੇ ਦੀ ਸੇਵਾ ਵਿੱਚ ਉਸ ਦੇ ਅੰਗ ਰੱਖਿਅਕ ਤਿਆਰ-ਬਰ ਤਿਆਰ ਰਹਿੰਦਾ ਸੀ। ਇਸ ਵਿੱਚ ਪਿਆਦਾ, ਘੋੜਸਵਾਰ, ਤੋਪਖਾਨਾ ਭਾਵ ਤਿੰਨੇ ਹੀ ਟੁਕੜੀਆਂ ਸ਼ਾਮਿਲ ਸਨ। ਘੋੜਸਵਾਰ ਸੈਨਾ ਸਮੁੱਚੀ ਸਿੱਖਾਂ ਉੱਪਰ ਆਧਾਰਿਤ ਹੁੰਦੀ ਸੀ ਤੇ ਇਹਦੇ ਵਿੱਚ ਹੀ ਉਹਦੇ ਚੋਟੀ ਦੇ ਜਰਨੈਲ ਹਰੀ ਸਿੰਘ ਨਲਵਾ, ਹੁਕਮ ਸਿੰਘ ਚਿਮਣੀ ਤੇ ਦੇਸਾ ਸਿੰਘ ਮਜੀਠੀਆ ਸਨ। ਪਿਆਦਾ ਫੌਜ ਹਿੰਦੂਆਂ ਤੇ ਮੁਸਲਮਾਨਾਂ ਦੀ ਮਿਲੀ-ਜੁਲੀ ਸੀ ਤੇ ਬਿਰਲੇ ਟਾਵੇਂ ਘੱਟ ਗਿਣਤੀ ਵਿੱਚ ਸਿੱਖ ਵੀ ਸਨ। ਭਾਰੀ ਤੋਪਖਾਨਾ, ਜਿਸ ਵਿੱਚ ਜ਼ਿਆਦਾ ਮੁਸਲਮਾਨ ਹੀ ਸਨ, ਮੀਆਂ ਗੌਂਸਾਂ ਦੇ ਅਧੀਨ ਸੀ। ਦੂਸਰਾ ਭਾਗ, ਜੋ 10,000 ਸੈਨਿਕਾਂ ਦਾ ਸੀ, ਸਿੱਖ ਸਰਦਾਰਾਂ ਨੂੰ ਦਿੱਤੀਆਂ ਗਈਆਂ ਜਗੀਰਾਂ ਦੇ ਇਵਜ਼ ਫੌਜੀ ਸੇਵਾ ਲਈ ਭਰਤੀ ਸੈਨਾ ਤੇ ਆਧਾਰਿਤ ਸੀ। ਉਹਨਾਂ ਲਈ ਤੁਰੰਤ ਇਤਲਾਹ ਤੇ ਹੀ ਪੂਰੀ ਤਰ੍ਹਾਂ ਸ਼ਸਤਰਬੱਧ ਫੌਜ ਭੇਜਣੀ ਜ਼ਰੂਰੀ ਹੁੰਦੀ ਸੀ। ਤੀਸਰਾ ਭਾਗ ਉਹਨਾਂ ਮਿਸਲਾਂ ਦੇ ਸੈਨਿਕਾਂ ਦਾ ਸੀ ਜੋ ਰਣਜੀਤ ਸਿੰਘ ਦੀਆਂ ਮਿੱਤਰ ਤੇ ਸਹਿਯੋਗੀ ਸਨ, ਜਿਵੇਂ ਕਨਈਆ ਮਿਸਲ, ਨਕਈ ਤੇ ਕੁਝ ਹੋਰ। ਕੁਝ ਲੜਾਕੂ ਫੌਜ ਜੋ ਯੁੱਧ ਲਈ ਉਸ ਸਮੇਂ ਤਿਆਰ-ਬਰ ਤਿਆਰ ਸੀ, ਉਸ ਦੀ ਗਿਣਤੀ 31,000 ਸੀ। ਪੁਨਰਗਠਨ ਨਾਲ ਮਹਾਰਾਜੇ ਨੂੰ ਫੌਜ ਦੀ ਸਹੀ ਤਸਵੀਰ ਪ੍ਰਾਪਤ ਹੋ ਗਈ। ਉਸ ਦੀ ਰਣ ਖੇਤਰ ਵਿੱਚ ਜ਼ਿੰਮੇਵਾਰੀ ਦੀ ਨਿਯਤ ਕਰ ਦਿੱਤੀ ਗਈ। ਜਦੋਂ ਇਹ ਕੁਝ ਹੋ ਗਿਆ ਤਾਂ ਰਣਜੀਤ ਸਿੰਘ ਨੇ ਡਰਿਲ, ਪੈਂਤੜੇਬਾਜ਼ੀ ਤੇ ਨਿਸ਼ਾਨੇਬਾਜ਼ੀ ਦੀ ਨਿਪੁੰਨਤਾ ਦੇ ਸਖਤ ਮਾਪਦੰਡ ਤੇ ਪੱਧਰ ਨਿਸ਼ਚਿਤ ਕਰ ਦਿੱਤੇ। ਉਹ ਸੈਨਾ ਨਾਲ 3-4 ਘੰਟੇ ਬਤੀਤ ਕਰਦਾ ਤੇ ਕਦੇ ਹੀ ਕੋਈ ਦਿਨ ਲੰਘਦਾ ਸੀ ਜਦੋਂ ਉਹ ਤੋਪਚੀ ਜਾਂ ਘੋੜਸਵਾਰਾਂ ਨੂੰ ਵਧੀਆ ਪ੍ਰਦਰਸ਼ਨ ਜਾਂ ਕਾਰਗੁਜ਼ਾਰੀ ਲਈ ਇਨਾਮ ਨਾ ਦਿੰਦਾ, ਕਿਉਂਕਿ ਉਹ ਆਮ ਹੀ ਯੁੱਧਾਂ ਵਿੱਚ ਆਪ ਨਾਲ ਜਾਂਦਾ ਸੀ। ਉਹ ਵਿਅਕਤੀਗਤ ਬਹਾਦਰੀਆਂ ਦੇ ਕਾਰਨਾਮਿਆਂ ਬਦਲੇ ਜ਼ਮੀਨਾਂ, ਪੈਨਸ਼ਨਾਂ ਤੇ ਇਨਾਮ ਵੀ ਦਿੰਦਾ ਰਹਿੰਦਾ ਸੀ। ਕਾਂਡ 12 ਮਾਲਵੇ ਦਾ ਸਾਮੰਤ। ਅੰਗਰੇਜ਼ਾਂ ਨਾਲ ਪਹਿਲੀ ਸੰਧੀ ਜਨਵਰੀ 1806। ਰਣਜੀਤ ਸਿੰਘ ਦੇ ਪੰਜਾਬ ਦੇ ਮਹਾਰਾਜੇ ਦੀ ਉਪਾਧੀ ਧਾਰਨ ਦੇ 5 ਸਾਲ ਅੰਦਰ ਉਹਦੀ ਪੂਰਬੀ ਸੀਮਾ ਦੀ ਸਥਿਤੀ ਬਿਲਕੁਲ ਬਦਲ ਗਈ। 18ਵੀਂ ਈਸਵੀ ਵਿੱਚ ਗਿਣਨਯੋਗ ਤੇ ਮੰਨਣਯੋਗ 2 ਤਾਕਤਾਂ ਸਨ। ਇੱਕ ਤਾਂ ਕਠਪੁਤਲੀ ਮੁਗਲ ਸਮਰਾਟ ਸੀ ਤੇ ਦਿੱਲੀ ਤੋਂ ਅੱਗੇ ਅੰਗਰੇਜ਼ ਸਨ। 1802 ਈਸਵੀ ਵਿੱਚ ਥਾਮਸ ਨੂੰ ਸਿੰਧੀਆਂ ਦੇ ਫਰਾਂਸੀਸੀ ਜਰਨੈਲ ਪੈਰੋਂ ਨੇ ਮਾਰ ਮੁਕਾਇਆ ਸੀ। ਪੈਰੋਂ ਪੂਰਬੀ ਪੰਜਾਬ ਵਿੱਚ ਸਭ ਤੋਂ ਤਾਕਤਵਰ ਵਿਅਕਤੀ ਬਣ ਗਿਆ ਸੀ। ਉਹ ਆਪਣੀ ਬਾਦਸ਼ਾਹਤ ਕਾਇਮ ਕਰਨ ਦੇ ਸੁਪਨੇ ਲੈਣ ਲੱਗ ਪਿਆ ਸੀ। ਉਸ ਨੇ ਮਾਲਵੇ ਦੇ ਸਰਦਾਰਾਂ ਨੂੰ ਪੈਰੋਂ ਤੋਂ ਛੁਟਕਾਰਾ ਦਿਵਾ ਕੇ ਅਹਿਸਾਨਮੰਦ ਬਣਾ ਲਿਆ ਸੀ ਤੇ ਕਈਆਂ ਨੇ ਉਸ ਨਾਲ ਪੱਗਾਂ ਵਟਾ ਲਈਆਂ, ਭਾਵ ਉਹ ਉਹਦੇ ਪੱਗਵਟ ਭਰਾ ਬਣ ਗਏ ਸਨ। ਉਸ ਨੇ ਸਿੱਖਾਂ ਨੂੰ ਚੇਤਾਵਨੀ ਦੇ ਕੇ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਦੀ ਪੇਸ਼ਬੰਦੀ ਕੀਤੀ। ਜੀਂਦ ਦੇ ਭਾਗ ਸਿੰਘ ਭਾਵ ਰਣਜੀਤ ਸਿੰਘ ਦੇ ਮਾਮਾ ਨੂੰ ਉਸ ਨੇ ਇੱਕ ਖਤ ਵਿੱਚ ਲਿਖਿਆ, ਇਹ ਅੰਗਰੇਜ਼ਾਂ ਦਾ ਪੱਕਾ ਦਸਤੂਰ ਹੈ ਕਿ ਉਹ ਪਹਿਲਾਂ ਤਾਂ ਲਾਲਚ ਉਤੇਜਿਤ ਕਰਕੇ ਸਹਾਇਤਾ ਦਾ ਵਚਨ ਦੇ ਕੇ ਚਾਪਲੂਸੀ ਨਾਲ ਪੈਰ ਧਰਾਵਾ ਕਰਦੇ ਹਨ ਤੇ ਫਿਰ ਮੁਲਕ ਦੀ ਹਕੂਮਤ ਸਾਂਭ ਲੈਂਦੇ ਹਨ, ਜਿਵੇਂ ਉਹਨਾਂ ਨੇ